ਮੈਨੂੰ ਖਤਰਾ ਕਿ ਇਹ ਪੰਜਾਬ ਦੇ ਵੱਡੇ ਅਫਸਰ ਜਾਂ ਸਿਆਸਤਦਾਨ ਮੇਰਾ ਜਾਨੀ ਨੁਕਸਾਨ ਕਰਾਉਣਗੇ। ਸਿਵਲ ਕੱਪੜਿਆਂ 'ਚ ਦੇਖੋ ਤੋਂ ਜੇ ਇੱਧਰ ਉੱਧਰ ਦੀ ਦੇਖੀਏ ਤੇ ਉਹ ਮੁਲਾਜ਼ਮ ਲੱਗਦੇ ਆ ਤੇ ਪੂਰਾ ਭੜਕਾਉਂਦੇ ਆ, ਹਾਰਨ ਮਾਰਦੇ ਆ, ਤਾਂ ਇਹਦੀਆਂ ਹਰਕਤਾਂ ਕਰਦੇ ਆ, ਵੱਧ ਤੋਂ ਵੱਧ ਸਾਨੂੰ ਪਰੇਸ਼ਾਨ ਕਰਦੇ ਆ। ਇਹੀ ਦੋਨੋਂ ਸਰਕਾਰਾਂ ਦੀ ਪਾਲਿਸੀ ਸੀ, ਬੰਗਾਲ ਦੀ ਤੇ ਪੰਜਾਬ ਦੀ, ਕਿ ਇਹ ਪੈਰਵਾਈ ਨਹੀਂ ਹੋਣੀ ਤੇ ਇਹ ਕੇਸ ਇਸੇ ਤਰ੍ਹਾਂ ਰਫਾ ਦਫਾ ਹੋ ਜਾਣਾ। ਪਰ ਇਸ ਤਰ੍ਹਾਂ ਨਹੀਂ ਹੋਊਗਾ, ਅਸੀਂ ਸਾਰੇ ਇਹਦੇ ਪਿੱਛੇ ਹੈਗੇ ਹਾਂ। ਪਿਛਲੇ ਦਿਨੀ ਪੁਲਿਸ ਮੁਕਾਬਲੇ ਵਿੱਚ ਮਾਰੇ ਨੌਜਵਾਨ ਜੈਪਾਲ ਭੁੱਲਰ ਦੇ ਘਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ, ਜਿੱਥੇ ਉਹਨਾਂ ਕਿਹਾ ਕਿ ਜੈਪਾਲ ਦੇ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜੈਪਾਲ ਦਾ ਫੇਕ ਐਨਕਾਊਂਟਰ ਕੀਤਾ ਗਿਆ। ਉਹਨਾਂ ਕਿਹਾ ਕਿ ਜੈਪਾਲ ਦੇ ਪਿਤਾ ਨੂੰ ਵੀ ਖਤਰਾ ਹੈ, ਇਸ ਲਈ ਉਹਨਾਂ ਨੂੰ ਵੀ ਸਿਕਿਉਰਿਟੀ ਮਿਲਣੀ ਚਾਹੀਦੀ ਹੈ। ਜੇਕਰ ਇਹਨਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਉੱਥੇ ਹੀ ਮਾਨ ਨੇ ਕਿਹਾ ਹੈ ਕਿ ਕੋਵਿਡ ਦੇ ਚੱਲਦੇ ਹੋਏ ਇਹਨਾਂ ਦੇ ਦੂਸਰੇ ਪੁੱਤਰ ਅੰਮ੍ਰਿਤਪਾਲ ਭੁੱਲਰ ਨੂੰ ਵੀ ਜੇਲ੍ਹ ਤੋਂ ਘਰ ਭੇਜਣਾ ਚਾਹੀਦਾ ਹੈ ਤਾਂ ਕਿ ਉਸ ਦੀ ਜਾਨ ਨੂੰ ਵੀ ਖਤਰਾ ਨਾ ਹੋਵੇ। ਅਫਸੋਸ ਕਰਨ ਲਈ ਆਏ ਸੀਗੇ। ਕਿਵੇਂ ਦੇਖਦੇ ਹੋ ਜੈਪਾਲ ਦੇ ਐਨਕਾਊਂਟਰ ਨੂੰ, ਜਿਹੜਾ ਜੈਪਾਲ ਦਾ ਉੱਥੇ ਉਹਨਾਂ ਨੇ ਕੀਤਾ ਜਿਹੜਾ ਐਨਕਾਊਂਟਰ? ਇਹ ਤਾਂ ਜੀ ਬਹੁਤ ਨਾਜਾਇਜ਼ ਕੀਤਾ ਸਰਕਾਰ ਨੇ, ਪੰਜਾਬ ਨੇ, ਤੇ ਬੰਗਾਲ ਦੀ ਵੀ ਸਰਕਾਰ ਪੂਰੀ ਤਰ੍ਹਾਂ ਰਿਪੋਰਟ ਨਹੀਂ ਦੇ ਰਹੀ ਹੈਗੀ। ਤੇ ਇਹ ਬਹੁਤ ਸੰਗੀਨ ਕਤਲ ਹੈ ਦੋ ਮੁੰਡਿਆਂ ਦਾ, ਤੇ ਅਸੀਂ ਬੜੇ ਫਿਕਰਮੰਦ ਹਾਂ ਕਿ ਪੁਲਿਸ ਨੇ ਉੱਥੇ ਜਾ ਕੇ ਇਹਨਾਂ ਨੂੰ ਫੜ ਕੇ ਫੇਰ ਮਾਰਿਆ, ਕਿਉਂ ਕਰਕੇ ਜਿਹੜੀਆਂ ਪੋਸਟਮਾਰਟਮ ਰਿਪੋਰਟਸ ਹੈਗੀਆਂ ਉਹਨਾਂ ਨੇ ਇੰਜਰੀਜ਼ ਦਿਖਾਈਆਂ, ਤੇ ਇੰਜਰੀਜ਼ ਤਾਂ ਹੀ ਆਉਂਦੀਆਂ ਕਿ ਜੇ ਜਿਉਂਦੇ ਬੰਦੇ ਨੂੰ ਫੜ ਲਈਏ ਤੇ ਉਹਨੂੰ ਕੁੱਟੀਏ, ਮਾਰੀਏ ਤੇ ਇੰਟਰੋਗੇਟ ਕਰੀਏ। ਇਹ ਹੁਣ ਸਰਕਾਰ ਦੇ ਕੋਲੇ ਜਵਾਬ ਨਹੀਂ ਹੈ ਕਿ ਉਹ ਜਿਹੜੀਆਂ ਸੱਟਾਂ ਲੱਗੀਆਂ, PGI ਨੇ ਵੀ ਰਿਪੋਰਟ ਕਰਤੀ ਹੈ, ਕਲਕੱਤੇ ਦੀ ਵੀ ਪੋਸਟਮਾਰਟਮ ਨੇ ਰਿਪੋਰਟ ਕੀਤੀ ਹੈ ਕਿ ਇਹ ਇੰਜਰੀਜ਼ ਵੀ ਹੈਗੀਆਂ। ਹੁਣ ਤੁਸੀਂ ਸਾਰੇ ਸਿਆਣੇ ਹੋ, ਇੰਜਰੀਜ਼ ਤਾਂ ਹੀ ਆ ਸਕਦੀਆਂ ਜੇ ਜਿਉਂਦੇ ਬੰਦੇ ਨੂੰ ਫੜ ਕੇ ਫਿਰ ਉਹਨੂੰ ਗੋਲੀ ਮਾਰੋ। ਇਹ ਬੜਾ ਸੰਗੀਨ ਤੇ ਸੀਰੀਅਸ ਕੇਸ ਹੈ, ਸਾਰੇ ਪੰਜਾਬ ਨੂੰ ਲੈਣਾ ਚਾਹੀਦਾ ਹੈ, ਕਿਉਂ ਕਰਕੇ ਜਿਹੜੀ ਕੌਨਸਟੀਟਿਊਸ਼ਨ ਹੈ ਆਰਟੀਕਲ 21 ਉਹ ਕਹਿੰਦੀ ਹੈ ਕਿ ਕਿਸੇ ਦੀ ਵੀ ਜਾਨ ਜਾਂ ਉਸ ਦੀ ਆਜ਼ਾਦੀ ਨਹੀਂ ਲਈ ਜਾ ਸਕਦੀ ਜਿੰਨਾ ਚਿਰ ਕਾਨੂੰਨ ਦੇ ਗੇੜੇ ਦੇ ਵਿੱਚੋਂ ਪੂਰਾ ਨਾ ਨਿਕਲੇ। ਜਿਹਦਾ ਮਤਲਬ ਹੈ ਕਿ ਅਦਾਲਤ ਤੁਹਾਡੀ ਜਾਨ ਲੈ ਸਕਦੀ ਹੈ, ਪੁਲਿਸ ਨਹੀਂ ਲੈ ਸਕਦੀ। ਅਸੀਂ ਤਾਂ ਪਹਿਲਾਂ ਦੇ ਮਾਰੇ ਹੋਏ ਹਾਂ 1984 ਤੋਂ ਬਾਅਦ, ਜਿਹੜਾ ਪੁਲਿਸ ਤੇ ਫੌਜ ਨੇ ਇੱਥੇ ਕਤਲੇਆਮ ਕੀਤਾ ਹੈ। ਪਰ ਇਹ ਤਾਂ ਅਨੋਖੀ ਚੀਜ਼ ਹੈ ਕਿ ਕਲਕੱਤੇ ਜਾ ਕੇ ਪਹਿਲਾਂ ਇੱਕ ਮੁਸਲਮਾਨ ਸਿੱਖ ਬਣ ਗਿਆ ਸੀਗਾ, ਉਸ ਨੂੰ ਵੀ ਕਲਕੱਤੇ ਜਾ ਕੇ ਪੰਜਾਬ ਪੁਲਿਸ ਨੇ ਮਾਰਤਾ ਸੀਗਾ। ਪਰ ਚਲੋ ਉਦੋਂ ਸਰਕਾਰ ਨੇ ਅੱਗੇ ਨਹੀਂ ਵਧੀ, ਕਿਉਂ ਕਰਕੇ ਹਰਕਿਸ਼ਨ ਸਿੰਘ ਸੁਰਜੀਤ ਸੈਕਟਰੀ ਜਨਰਲ ਸੀਗੇ ਕਮਿਊਨਿਸਟ ਪਾਰਟੀ ਮਾਰਕਸਿਸਟ ਦੇ, ਉਹਨਾਂ ਦਾ ਦਬਾਅ ਚੱਲਦਾ ਸੀਗਾ ਜੋਤੀ ਬਾਸੂ ਸਾਹਿਬ ਦੇ ਉੱਤੇ, ਜਿਹੜੇ ਚੀਫ ਮਿਨਿਸਟਰ ਸੀਗੇ, ਤੇ ਉਹਨਾਂ ਨੇ ਕੇਸ ਅੱਗੇ ਨਹੀਂ ਚੱਲਣ ਦਿੱਤਾ। ਪਰ ਇਹ ਤਾਂ ਕੇਸ ਚੱਲੂਗਾ ਹੁਣ, ਕਿਉਂ ਕਰਕੇ ਸਾਡੇ ਕੋਲ ਸਾਰੀਆਂ ਰਿਪੋਰਟਾਂ ਮੌਜੂਦ ਹੈਗੀਆਂ, ਤੇ ਇਹ ਤਾਂ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਕਲਕੱਤੇ ਜਾਣ ਤੋਂ ਪਹਿਲਾਂ ਉਹ ਜੇ ਆਪ ਹੀ ਐਕਸ਼ਨ ਲੈ ਲੈਣ ਇਹਦੇ 'ਤੇ ਉਹ ਬਿਹਤਰ ਹੋਊਗਾ, ਨਾ ਕਿ ਕਲਕੱਤੇ ਜਾ ਕੇ, ਦਿੱਲੀ ਜਾ ਕੇ ਅਸੀਂ ਤੇ ਭੁੱਲਰ ਸਾਹਿਬ ਇਨਸਾਫ ਮੰਗਣ। ਤੇ ਇਨਸਾਫ ਇਹਦੇ ਵਿੱਚ ਇਹਨਾਂ ਨੇ ਕਰਾ ਕੇ ਹਟਣਾ ਹੈ, ਇਹ ਦ੍ਰਿੜਤਾ ਦੇ ਨਾਲ ਹੈ। ਇਹਨਾਂ ਨੂੰ ਬਲੱਡ ਪ੍ਰੈਸ਼ਰ ਹੈ ਵਿਚਾਰਿਆਂ ਨੂੰ, ਪਰ ਤਾਂ ਵੀ ਇਹਨਾਂ ਨੇ ਉਹ ਕਾਕੇ ਦੇ ਲਈ ਜੋ ਕੁਛ ਕੀਤਾ ਹੈ ਇਸ ਉਮਰ ਦੇ ਵਿੱਚ, ਇਹੋ ਜਿਹੀ ਬਿਮਾਰੀ ਦੇ ਵਿੱਚ,
ਉਹ ਕੋਈ ਕਰ ਸਕਦਾ ਹੈ। ਤੇ ਇਹੀ ਦੋਨੋਂ ਸਰਕਾਰਾਂ ਦੀ ਪਾਲਿਸੀ ਸੀ, ਬੰਗਾਲ ਦੀ ਤੇ ਪੰਜਾਬ ਦੀ, ਕਿ ਇਹ ਪੈਰਵਾਈ ਨਹੀਂ ਹੋਣੀ ਤੇ ਇਹ ਕੇਸ ਇਸੇ ਤਰ੍ਹਾਂ ਰਫਾ ਦਫਾ ਹੋ ਜਾਣਾ। ਪਰ ਇਸ ਤਰ੍ਹਾਂ ਨਹੀਂ ਹੋਊਗਾ। ਅਸੀਂ ਸਾਰੇ ਇਹਦੇ ਪਿੱਛੇ ਹੈਗੇ ਹਾਂ ਤੇ ਅਸੀਂ ਇਹ ਚੀਜ਼ ਗਲਤ ਪੁਲਿਸ ਮੁਕਾਬਲੇ ਨਹੀਂ ਹੋਣ ਦੇਣੇ। ਇਹ ਅਸੀਂ ਪਹਿਲਾਂ ਵੀ ਕੀਤਾ ਹੈਗਾ 1984 ਤੋਂ ਬਾਅਦ। ਜਦੋਂ ਮੈਂ ਜੇਲ੍ਹ 'ਚੋਂ ਆਇਆ, ਅਸੀਂ ਸੁਪਰੀਮ ਕੋਰਟ ਨੂੰ ਐਫੀਡੇਵਿਟ ਦੇ ਕੇ ਇਨਕੁਆਇਰੀਆਂ ਇਨਵੈਸਟੀਗੇਸ਼ਨਸ ਕਰਾਈਆਂ ਤੇ ਬਹੁਤ ਸਾਰੇ ਪੁਲਿਸ ਦੇ ਅਫਸਰ ਜੇਲ੍ਹਾਂ ਦੇ ਵਿੱਚ ਅਜੇ ਵੀ ਹੈਗੇ ਆ। ਤੇ ਇੱਕ ਬ੍ਰਿਗੇਡੀਅਰ ਜਿਹਨੇ ਤਰਨਤਾਰਨ ਸਾਹਿਬ ਦੇ ਇਲਾਕੇ ਦੇ ਵਿੱਚ ਕਿਹਾ ਸੀਗਾ ਸਾਰੇ ਸਰਪੰਚਾਂ ਨੂੰ ਕਿ ਤੁਸੀਂ ਇੱਥੇ ਆਏ ਹੋ ਤੇ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ, ਅਸੀਂ ਤੁਹਾਡੀਆਂ ਵਹੁਟੀਆਂ ਬੀਬੀਆਂ ਇੱਥੇ ਕੈਂਪ 'ਚ ਲਿਆ ਦੇਣੀਆਂ ਤੇ ਜਿੰਨੇ ਵੀ ਮੱਧ ਪ੍ਰਦੇਸ਼, ਯੂਪੀ ਤੇ ਬਿਹਾਰ ਦੇ ਬੰਦੇ ਆ, ਉਹਨਾਂ ਤੋਂ ਤੁਹਾਡੀਆਂ ਬੇਟੀਆਂ ਕੁੜੀਆਂ ਤੋਂ ਬੱਚੇ ਪੈਦਾ ਕਰਾਉਣੇ ਹੈ ਤੇ ਤੁਹਾਡੀ ਨਸਲ ਤਬਦੀਲ ਕਰ ਦੇਣੀ ਹੈ। ਫਿਰ ਅਸੀਂ ਜਾ ਕੇ ਦਿੱਲੀ ਜਾ ਕੇ ਪ੍ਰੈਸ ਕਾਨਫਰੰਸ ਕੀਤੀ। ਉਹ ਬ੍ਰਿਗੇਡੀਅਰ ਨੂੰ ਇੱਕਦਮ ਤਬਦੀਲ ਕੀਤਾ ਗਿਆ, ਉਹਦੇ ਤੇ ਐਕਸ਼ਨ ਹੋਇਆ। ਸੋ ਮੇਰਾ ਮਤਲਬ ਹੈ ਕਿ ਸਿੱਖ ਕੌਮ ਦੇ ਉੱਤੇ ਇੰਨਾ ਜ਼ੁਲਮ ਨਹੀਂ ਹੋਣਾ ਚਾਹੀਦਾ। ਇਹ ਬਾਰਡਰ ਦਾ ਇਲਾਕਾ ਹੈ, ਤੁਸੀਂ ਦੇਖਦੇ ਹੋ ਚੀਨ ਅੱਗੇ ਅੰਦਰ ਆਇਆ ਹੋਇਆ। ਮੀਜ਼ੋਰਾਮ ਦੇ ਵਿੱਚ ਰੌਲਾ ਪੈ ਗਿਆ ਜਿਹੜਾ ਬਿਲਕੁਲ ਚੀਨ ਦੇ ਨਾਲ ਹੈਗਾ। ਪੰਜਾਬ ਦੇ ਵਿੱਚ ਇਹੋ ਜਿਹਾ ਰੌਲਾ ਬੜਾ ਖਤਰਨਾਕ ਹੈ ਤੇ ਮੈਂ ਹੁਣ ਵੀ ਮੋਦੀ ਸਾਹਿਬ ਨੂੰ ਤੇ ਕੈਪਟਨ ਸਾਹਿਬ ਨੂੰ ਦੱਸਦਾ ਕਿ ਇਹਦੀ ਸਹੀ ਤਫਤੀਸ਼ ਹੁਣ ਤੋਂ ਹੀ ਕਰਾ ਲਓ। ਤੁਸੀਂ ਭੁੱਲਰ ਸਾਹਿਬ ਨੂੰ ਬੁਲਾ ਕੇ ਆਪ ਸੁਣੋ ਕਿਵੇਂ ਇਹ ਕਤਲ ਕੀਤੇ ਗਏ ਆ 2 ਮੁੰਡਿਆਂ ਦੇ। ਜਿਹੜਾ ਗੌਤਮ ਅਡਾਨੀ ਹੈ, ਉਹਨੇ ਅੱਜ ਹਾਈ ਕੋਰਟ ਦੇ ਵਿੱਚ ਉਹਨੇ ਪਟੀਸ਼ਨ ਦਾਇਰ ਕੀਤੀ ਕਿ ਮੈਂ ਪੰਜਾਬ ਦੇ ਵਿੱਚ ਜਿਹੜਾ ਲੌਜਿਸਟਿਕ ਪਾਰਕ ਹੈ ਮੇਰਾ, ਉਹਨੂੰ ਬੰਦ ਕਰਨਾ। ਮੇਰੀ ਨਾ ਸਰਕਾਰ ਸੁਣਦੀ ਨਾ ਮੇਰੀ ਅਦਾਲਤ ਸੁਣਦੀ। ਪਤਾ ਨਹੀਂ ਲੋਕ ਆਵਾਜ਼ ਨਿਕਲੀ ਆਈ ਹੈ, ਚੱਪੇ ਦੇ ਉੱਤੇ ਲੋਕੀ ਸੜਕਾਂ ਤੇ ਉਤਰੇ ਆਏ ਹੈ। ਸਰਕਾਰ ਕੀ ਕਰ ਸਕਦੀ ਹੈ? ਆਵਾਮ ਦੇ ਨਾਲ ਤਾਂ ਕੁਝ ਕਰ ਨਹੀਂ ਸਕਦੀ। ਅਡਾਨੀ ਸਾਹਿਬ ਨੂੰ ਵੀ ਚਾਹੀਦਾ ਕਿ ਜਦੋਂ 2013 ਦੇ ਵਿੱਚ ਮੋਦੀ ਸਾਹਿਬ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ, ਉਹਨਾਂ ਨੇ 60,000 ਸਿੱਖਾਂ ਦੀਆਂ ਜ਼ਮੀਨ ਜਾਇਦਾਦਾਂ ਜ਼ਬਤ ਕਰਕੇ ਸਰਕਾਰ ਦੇ ਨਾਂ ਲਾਤੀਆਂ ਸੀਗੀਆਂ ਤੇ ਉਹ ਜ਼ਮੀਨਾਂ ਦੇ ਵਿੱਚ ਅਡਾਨੀ ਅੰਬਾਨੀ ਦੇ ਗੋਦਾਮ ਬਣਨੇ ਸੀਗੇ ਐਕਸਪੋਰਟ ਦੇ ਲਈ। ਇਹ ਤਾਂ ਬਹੁਤ ਕ੍ਰਿਮੀਨਲੀ ਇਹਦੇ ਵਿੱਚ ਫਸੇ ਹੋਏ ਹੈ। ਜਿਹੜੀ ਸਮਗਲਿੰਗ ਹੈਗੀ ਹੈ, ਇਹ ਬਾਦਲ ਤੇ ਬੀਜੇਪੀ ਦੀ ਸਰਕਾਰ ਨੇ ਬਹੁਤ ਕੀਤੀ ਹੈ ਤੇ ਤੁਹਾਡੇ ਇੱਥੋਂ ਦੇ ਸ਼ਰਮਾ ਸਾਹਿਬ ਪ੍ਰੈਜ਼ੀਡੈਂਟ ਸੀਗੇ ਬੀਜੇਪੀ ਦੇ, ਉਹਨਾਂ ਦਾ ਪ੍ਰਾਈਵੇਟ ਸੈਕਟਰੀ ਫੜਿਆ ਗਿਆ ਸੀਗਾ ਇਹ ਧੰਦਾ ਕਰਦਾ। ਫਿਰ ਇੱਥੋਂ ਦਾ ਐਸਐਸਪੀ ਮਾਨ ਸਾਹਿਬ ਸੀਗੇ, ਉਹਨਾਂ ਨੂੰ ਬਾਦਲ ਨੇ ਤੇ ਸ਼ਰਮੇ ਨੇ ਬਦਲ ਕੇ ਸੀਆਈਡੀ ਪੰਜਾਬ ਚੰਡੀਗੜ੍ਹ ਭੇਜਤਾ। ਮੇਰਾ ਮਤਲਬ ਹੈ ਕਿ ਇਹ ਬਾਦਲ ਤੇ ਬੀਜੇਪੀ ਸਰਕਾਰ ਦਾ ਜਿਹੜਾ ਧੰਦਾ ਚੱਲਦਾ ਆ ਰਿਹਾ ਹੈ, ਇਹ ਕਾਂਗਰਸ ਚੈੱਕ ਨਹੀਂ ਕਰ ਸਕੀ। ਕਿਉਂ ਕਰਕੇ ਹੁਣ ਕਾਂਗਰਸੀਆਂ ਨੂੰ ਇਹ ਬਾਦਲ ਕੇ ਤੇ ਬੀਜੇਪੀ ਜਿਹੜਾ ਧੰਦਾ ਕਰਦੇ ਰਹੇ ਹੈ, ਇਹਨਾਂ ਨੂੰ ਮੰਥਲੀ ਪੈਸਾ ਦੇ ਦਿੰਦੇ ਆ ਤੇ ਚੁੱਪ ਕੀਤੇ ਬੈਠੇ ਆ। ਇਹ ਫਿਰੋਜ਼ਪੁਰ ਦੇ ਵਿੱਚ ਤੁਹਾਡੇ ਸਾਹਮਣੇ ਸ਼ਰਮਾ ਸਾਹਿਬ ਤੁਹਾਡੇ ਪ੍ਰੈਜ਼ੀਡੈਂਟ ਰਹੇ ਹੈ। ਇਹਨਾਂ ਦਾ ਜਦੋਂ ਨਾਂ ਆਇਆ ਉਦੋਂ ਵੀ ਨਹੀਂ ਇਹਨਾਂ ਨੂੰ ਫੜਿਆ, ਨਾ ਇਹਨਾਂ ਦੀ ਇਨਵੈਸਟੀਗੇਸ਼ਨ ਹੋਈ ਤੇ ਐਸਐਸਪੀ ਇੱਥੋਂ ਬਦਲਤਾ। ਇਹ ਗਲਤ ਹੈ ਕਿ ਠੀਕ ਹੈ? ਇਹ ਦੱਸ ਦਿਓ ਮੈਨੂੰ। ਬਦਲਤਾ ਸੀ ਨਾ ਸ਼ਮਾਨ ਸਾਹਿਬ ਨੇ ਬਸ। ਨਾਲ ਹੀ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ ਬੇਟੇ ਦਾ ਫੇਕ ਐਨਕਾਊਂਟਰ ਕੀਤਾ ਹੈ ਤੇ ਉਹਨਾਂ ਨੂੰ ਕੋਰਟ ਦੇ ਜ਼ਰੀਏ ਕਲਕੱਤਾ ਤੋਂ ਐਫਆਈਆਰ ਅਤੇ ਪੋਸਟਮਾਰਟਮ ਦੀ ਰਿਪੋਰਟ ਮਿਲ ਚੁੱਕੀ ਹੈ। ਇਸ ਬਾਬਤ ਉਹ ਆਉਣ ਵਾਲੇ ਦਿਨਾਂ ਵਿੱਚ ਕੋਰਟ ਦਾ ਰੁਖ ਕਰਨਗੇ ਅਤੇ ਜੇਕਰ ਉਹਨਾਂ ਨੂੰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਉੱਤੇ ਤੱਕ ਜਾਣਗੇ। ਜੇ ਸਾਨੂੰ ਥੱਲਿਓਂ ਇਨਸਾਫ ਨਾ ਮਿਲਿਆ ਤੇ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਤੇ ਇਹਨਾਂ 'ਤੇ ਕਤਲ ਦੀ ਕਾਰਵਾਈ ਕਰਨ ਦੀ ਮੰਗ ਕਰਾਂਗੇ। ਕੋਲਕਾਤਾ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਤੁਹਾਨੂੰ ਉੱਥੋਂ ਮਿਲ ਗਈ ਹੈ, ਐਫਆਈਆਰ ਦੀ ਕਾਪੀ ਜਿਹੜੀ ਉੱਥੇ ਮਿਲ ਗਈ? ਕਿਉਂਕਿ ਪਹਿਲੇ ਜਿਹੜੀਆਂ ਕਾਪੀਆਂ ਨਹੀਂ ਮਿਲੀਆਂ ਹੈਗੀਆਂ ਸੀਗੀਆਂ ਤੇ ਹੁਣ ਉਹ ਸਾਰੀਆਂ ਮਿਲ ਗਈਆਂ ਹੈਗੀਆਂ ਨੇ।
ਹਾਂ, ਸਾਡੇ ਵਕੀਲ ਨੂੰ FIR ਦੀ ਕਾਪੀ ਤੇ ਪੋਸਟਮਾਰਟਮ ਰਿਪੋਰਟ ਕਲਕੱਤਾ ਤੋਂ ਕੋਰਟ ਦੇ ਥਰੂ ਮਿਲੀ ਆ। ਬਾਕੀ RTI ਰਾਹੀਂ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਜਾਂ ਹੋਰ ਵੀ ਸਾਰੇ ਕੀਤੇ, ਉਹਨਾਂ ਰਿਪੋਰਟਾਂ ਨਹੀਂ ਦਿੱਤੀਆਂ। ਵੱਧ ਤੋਂ ਵੱਧ ਲੇਟ ਕੀਤਾ ਜਿੰਨਾ ਕਰ ਸਕਦੇ ਹਾਂ। ਤੇ ਕਲਕੱਤਾ ਦੇ ਵਿੱਚ ਇਹਨਾਂ ਨੇ ਮੁੰਡਿਆਂ ਨੂੰ ਪੰਜਾਬ ਪੁਲਿਸ ਨੇ ਤੇ ਉੱਥੋਂ ਦੀ STF ਪੁਲਿਸ ਨੇ ਫੜ ਕੇ ਬੁਰੀ ਤਰ੍ਹਾਂ ਉਹਨਾਂ ਦੇ ਹੱਡ ਪੈਰ ਵੱਢ ਕੇ ਬਹੁਤ ਜ਼ਿਆਦਾ ਅਣਮਨੁੱਖੀ ਤਸ਼ੱਦਦ ਕਰਕੇ ਗੋਲੀਆਂ ਮਾਰੀਆਂ। ਤੇ ਇਹਦੇ ਵਿੱਚ ਉੱਥੋਂ ਦੀ ਜਿਹੜੇ ਵੱਡੇ ਤੋਂ ਵੱਡੇ ਅਫਸਰਾਂ ਦਾ ਹੱਥ ਆ, ਕਿਉਂਕਿ ਡਾਕਟਰਾਂ ਨੇ ਸਿਰਫ ਗੋਲੀਆਂ ਦੀਆਂ 11 ਨਿਸ਼ਾਨ ਜੈਪਾਲ ਦੀ ਡੈੱਡ ਬੋਡੀ 'ਚ ਉਹਨਾਂ ਦਿੱਤੇ ਆ। ਬਾਕੀ ਉਹਨਾਂ ਸੱਟਾਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ। ਤਾਂ ਸਾਨੂੰ ਡੈੱਡ ਬੋਡੀ ਉੱਥੇ ਦਿਖਾਈ ਨਹੀਂ। ਇਹੋ ਹੀ ਕਾਰਨ ਸੀ ਵੀ ਸਾਨੂੰ ਡੈੱਡ ਬੋਡੀ ਉੱਥੇ ਉਹਨਾਂ ਨਹੀਂ ਦਿਖਾਈ ਤੇ ਡੈੱਡ ਬੋਡੀ ਪੈਕ ਕਰਕੇ ਤੇ ਟਿਕਟਾਂ ਬੁੱਕ ਕਰਾ ਕੇ ਜਾਈ। ਏਅਰਪੋਰਟ 'ਤੇ ਸਾਡੀ ਤਲਾਸ਼ੀ ਤੱਕ ਨਹੀਂ ਲਈ ਗਈ। ਉੱਥੋਂ ਇਹਨਾਂ ਦੇ ਸਿਵਲ ਕੱਪੜਿਆਂ 'ਚ ਪੁਲਿਸ ਵਾਲਿਆਂ ਨੇ ਸਿੱਧਾ ਆਪਣੇ ਅੱਗੇ ਪਿੱਛੇ ਲੱਗ ਕੇ ਸਾਡੇ ਤੇ ਸਾਨੂੰ ਜਹਾਜ਼ 'ਤੇ ਚਾੜ੍ਹਤਾ। ਕਿਸੇ ਨੇ ਸਾਡੇ ਸਮਾਨ ਦੀ ਆਉਣ ਲੱਗਿਆ ਜਾਂ ਸਾਡੀ ਤਲਾਸ਼ੀ ਨਹੀਂ ਲਈ। ਸਾਡੀਆਂ ਟਿਕਟਾਂ ਤੇ ਕਾਗਜ਼ ਵੀ ਉਹਨਾਂ ਪੁਲਿਸ ਵਾਲਿਆਂ ਦੇ ਹੱਥ ਸੀ, ਜਿਹੜੀਆਂ ਸਿੱਧੀਆਂ ਜਾ ਕੇ ਅੰਦਰ ਉਹਨਾਂ ਜਹਾਜ਼ 'ਚ ਚਾੜ੍ਹ ਕੇ ਸਾਨੂੰ ਟਿਕਟਾਂ ਫੜਾਈਆਂ। ਤੇ ਉਹ ਜਦੋਂ ਡੈੱਡ ਬੋਡੀ ਪੈਕਿੰਗ ਆਣ ਕੇ ਖੁੱਲ੍ਹੀ ਤੇ ਉਹ ਗੱਲ ਨੰਗੀ ਹੋਈ ਵੀ ਇਹ ਕਿਉਂ ਸਾਡੇ ਨਾਲ ਇਸ ਤਰ੍ਹਾਂ ਕਰ ਰਹੇ ਸੀ ਵੀ ਇਹ ਡੈੱਡ ਬੋਡੀ ਕਿਤੇ ਦੇਖ ਨਾ ਲੈਣ ਤੇ ਦੇਖਣਗੇ ਤੇ ਇਹ ਕਹਿਣਗੇ ਵੀ ਇਹਨਾਂ ਦਾ ਕਤਲ ਕੀਤਾ ਗਿਆ, ਸਬੂਤ ਦਿਸੂ ਇਹਨਾਂ ਨੂੰ। ਇੱਥੇ ਆਣ ਕੇ ਦੇਖ ਕੇ ਉਹਦੀਆਂ ਫੋਟੋ ਲੈ ਕੇ DC ਸਾਹਿਬ ਕੋਲ ਗਏ, ਪਰ DC ਸਾਹਿਬ ਨੂੰ ਤੋਂ ਸਟੇਟ ਵੱਲੋਂ ਮੁੱਖ ਮੰਤਰੀ ਦੇ ਦਫ਼ਤਰੋਂ ਫੋਨ ਆ ਰਿਹਾ ਸੀ ਤੇ ਉਹਨੇ ਦਫ਼ਤਰ 'ਚੋਂ ਉੱਠ ਕੇ ਬਾਹਰ ਜਾ ਕੇ ਫੋਨ ਸੁਣਿਆ। ਇੱਥੇ ਵਕੀਲ ਸਾਹਿਬ ਵੀ ਮੇਰੇ ਨਾਲ ਸੀ, 3000 ਜਣੇ ਸਾਂ, ਮੀਡੀਆ ਵੀ ਬਾਹਰ ਸੀ, ਤੁਸੀਂ ਲੋਕ। ਤੇ ਬਾਹਰ ਜਾ ਕੇ ਫੋਨ ਸੁਣਿਆ ਵੀ ਨਹੀਂ ਜੀ ਨਹੀਂ। ਤੇ 2 ਪੁਲਿਸ ਅਫਸਰ ਸੱਦ ਕੇ ਸਾਨੂੰ ਫਿਰਦਾ ਹੁਣ ਇਹ ਕਿੱਧਰੋਂ ਆ ਗਿਆ, ਕਾਹਦਾ ਪੋਸਟਮਾਰਟਮ ਕਰੀਏ। ਪੋਸਟਮਾਰਟਮ ਦੁਬਾਰਾ ਤਾਂ ਹੁੰਦਾ ਜੇ ਲਾਸ਼ ਉਹਦੇ ਵਿੱਚ ਹੋਵੇ, ਪੁਲਿਸ ਕਸਟਡੀ 'ਚ ਹੋਵੇ। ਇਹ 4 ਦਿਨ ਹੋ ਗਏ ਲਾਸ਼ ਚੁੱਕੀ ਫਿਰਦਾ ਤੇ ਆ ਗਿਆ ਇੱਥੇ। ਕੋਈ ਕਾਨੂੰਨ ਨਹੀਂ ਇਹੋ ਜਿਹਾ। ਮੈਂ ਉਹਨੂੰ ਤਾਂ ਕੀ ਕਹਿਣਾ ਸੀ, DC ਸਾਹਿਬ ਨੂੰ ਰਿਕੁਐਸਟ ਕੀਤੀ ਵੀ ਸਰ ਨਹੀਂ ਤੇ ਤੁਸੀਂ ਲਿਖ ਦਿਓ ਤੇ ਐਤਵਾਰ ਦਾ ਦੇਣਾ। ਤੇ ਇਸ ਕਰਕੇ ਉਹਨਾਂ ਸਾਨੂੰ ਪਰਮਿਸ਼ਨ ਨਹੀਂ ਦਿੱਤੀ। ਸਾਨੂੰ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਵੀ ਇਹਨਾਂ ਨੇ ਇੰਨੀ ਪੈਰਵਾਈ ਕੀਤੀ ਵੀ ਉੱਥੋਂ ਕਿਹਾ ਗਿਆ ਵੀ ਇਹ ਕਲਕੱਤੇ ਦਾ ਕੇਸ ਹੈ ਜੀ, ਇਹ ਕਲਕੱਤੇ ਹੀ ਜਾਵੇ। ਤੇ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਨੇ ਸੁਣ ਕੇ ਤੇ ਦੁਬਾਰਾ ਕਿਹਾ ਵੀ ਇਹ ਕੀਤੀ ਜਾਵੇ। ਤੁਸੀਂ ਨਾਰਮਲੀ ਸਮਝ ਸਕਦੇ ਹੋ ਵੀ ਦੁਬਾਰਾ ਪੋਸਟਮਾਰਟਮ ਕਰਾਉਣ 'ਚ ਪੰਜਾਬ ਸਰਕਾਰ ਨੂੰ ਕੀ ਇਤਰਾਜ਼ ਸੀ। ਟਰੱਕ ਤੇ ਇੱਥੇ ਸਾਨੂੰ ਬਾਡੀ ਰੱਖਣ, ਫਿਰ ਇਹਨਾਂ ਨੇ ਫੋਨ ਕਰਕੇ ਮੈਂ ਐਵੀਡੈਂਸ ਪੇਸ਼ ਕਰਾਂਗਾ ਜਿੱਥੇ ਜਿੱਥੇ ਉਹ ਮਸ਼ੀਨਾਂ ਹੈਗੀਆਂ ਸੀ ਲੋਕਾਂ ਦੀਆਂ ਪ੍ਰਾਈਵੇਟ, ਉਹਨਾਂ ਨੂੰ ਦੱਸਿਆ ਗਿਆ ਵੀ ਜੈਪਾਲ ਦੀ ਬਾਡੀ ਲਈ ਜੇ ਮਸ਼ੀਨ ਮੰਗਣ ਤੇ ਨਹੀਂ ਦੇਣੀ। ਸਾਨੂੰ ਸਾਰੇ ਪੰਜਾਬ 'ਚੋਂ ਜਵਾਬ ਮਿਲਿਆ, ਦੁਆਬੇ 'ਚੋਂ ਜਵਾਬ ਮਿਲਿਆ। ਪਹਿਲਾਂ ਕਹਿ ਦਿੰਦੇ ਸੀ ਹੈਗੀ ਆ ਜੀ ਲੈ ਲਓ, ਫਿਰ ਜਦੋਂ ਪੁੱਛਦੇ ਸੀ ਡੈੱਡ ਬੋਡੀ ਕਿਹਦੀ ਆ ਨਾ ਲਿਖਾਓ, ਜਦੋਂ ਨਾ ਲਿਖਾਉਂਦੇ ਆਂਦੇ ਜੀ ਨਹੀਂ ਡੈੱਡ ਬੋਡੀ ਹੈ ਨਹੀਂ। ਇਹਨਾਂ ਨੇ ਪੰਜਾਬ ਸਰਕਾਰ ਦੇ ਇਹਨਾਂ ਅਫਸਰਾਂ ਨੇ ਕਿਉਂ ਕਿਹਾ ਵੀ ਮਸ਼ੀਨ ਹੈ ਨਹੀਂ ਉਹ ਰੱਖਣ ਲਈ ਉਹਨੂੰ, ਤੇ ਇਹਨਾਂ ਕੋਲ ਇੱਥੇ ਖਾਲੀ ਮਸ਼ੀਨਾਂ ਸੀ, ਕੋਈ ਡੈੱਡ ਬੋਡੀ ਨਹੀਂ ਸੀ। ਤੇ ਮੈਂ ਇਹਨਾਂ ਨੂੰ ਕਿਹਾ ਜੀ ਸਾਥੋਂ ਤੁਸੀਂ ਕਿਰਾਇਆ ਲੈ ਲਓ ਤੇ ਕਿਸੇ ਦੀ ਦਾਨ ਕੀਤੀ ਹੋਈ ਜਿਹੜੀ ਮਸ਼ੀਨ ਆ ਉਹ ਹੀ ਸਾਨੂੰ ਦੇ ਦਿਓ। ਪਰ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹ ਕਹਿੰਦੀ ਸੀ ਡਾਕਟਰ ਨਾਲ ਗੱਲ ਕਰੋ, CMO ਨਾਲ, ਉਹ ਫੋਨ ਹੀ ਨਹੀਂ ਸੀ ਚੁੱਕਦਾ, ਨਾ ਕੋਈ ਗੱਲ ਕਰਦਾ ਸੀ। ਤੇ ਇਹਨਾਂ ਨੇ ਪੂਰੀ ਵਾਹ ਲਾਈ ਵੀ ਇਹਦਾ ਪੋਸਟਮਾਰਟਮ ਨਾ ਹੋਵੇ ਤੇ ਹਾਈ ਕੋਰਟ ਜਾ ਕੇ ਵੀ ਲਾਈ। ਦੱਸੋ ਵੀ ਪੰਜਾਬ ਸਟੇਟ ਨੂੰ ਜੇ ਇਹਨਾਂ ਨੇ ਫੜ ਕੇ ਕਤਲ ਨਹੀਂ ਸੀ ਕੀਤਾ ਤੇ ਫਿਰ ਇਹਨਾਂ ਨੂੰ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਸੀ, ਹੋ ਜਾਂਦਾ। ਇਹਨਾਂ ਨੂੰ ਪਤਾ ਸੀ ਸਾਰਾ। ਇਹਨਾਂ ਨੇ ਮੀਟਿੰਗ ਕਰਕੇ ਬਾਅਦ 'ਚ ਜਦੋਂ FIR ਮੰਗੀ ਗਈ, FIR ਲਈ ਇਹਨਾਂ ਬਹੁਤ ਵਾਹ ਲਾਈ ਵੀ ਨਾ ਦੇਈਏ, ਕੋਰਟਾਂ ਨੂੰ ਨਹੀਂ, ਦਿਹਾੜਾਂ ਨਾਲ ਨਹੀਂ ਦਿੱਤੀ ਗਈ,
ਤਰੀਕਾਂ ਪਵਾਈਆਂ ਗਈਆਂ ਜੀ, ਕੇਸ ਤੇ ਅਸਰ ਪੈਂਦਾ। ਜਿਹੜੀ ਉੱਥੋਂ ਵਾਲੀ FIR ਸੀ, ਮੈਨੂੰ ਸ਼ੱਕ ਆ ਵੀ ਇਹਨਾਂ FIR ਬਦਲਤੀ, ਕਿਉਂਕਿ FIR ਤੋਂ ਪੰਜਾਬ ਦੇ ਬੰਦਿਆਂ ਦੇ ਇਹਨਾਂ ਨਾਂ ਹੀ ਕੱਢਦੇ। ਉਹਦਾ ਕਾਰਨ ਸੀ ਵੀ ਪੰਜਾਬ ਦੇ ਬੰਦਿਆਂ ਦੇ ਨਾਂ ਕੱਢ ਦਿੰਦੇ ਆ ਤੇ ਬਕੂਆ ਕੁਛ ਮੇਰੇ ਵਕੀਲ ਦੇ ਮੂੰਹੋਂ ਵੀ ਨਿਕਲ ਗਿਆ ਵੀ ਪਲੈਨਿੰਗ ਤੇ ਇਹਨਾਂ ਨੇ ਕਤਲ ਕਰਨ ਨੂੰ ਇੱਥੋਂ ਹੀ ਬਣਾਈ ਸੀ। ਉਹ ਮੀਡੀਆ 'ਚ ਇਹ ਗੱਲ ਕਹਿ ਬੈਠਾ ਤੇ ਇਹਨਾਂ ਨੇ FIR ਬਦਲਾ ਕੇ ਤੇ ਕੱਲੀ ਉੱਥੋਂ ਦੀ STF ਦੀ ਟੀਮ ਦੇ ਨਾਂ ਲਿਖ ਕੇ ਫਿਰ ਸਾਨੂੰ ਨੀਅਰ ਅਬਾਊਟ 1.5 ਮਹੀਨਾ ਬਾਅਦ FIR ਦਿੱਤੀ। ਦੱਸੋ FIR ਇੱਕ ਆਮ ਚੀਜ਼ ਆ, ਉਹ ਦੇਣ 'ਚ ਕੀ ਇਹਨਾਂ ਨੂੰ ਦਿੱਕਤ ਸੀ? ਉਹ ਦੋਵਾਂ ਸਟੇਟਾਂ ਦੀ ਪੁਲਿਸ ਨੇ ਤਾਂ ਹੀ ਨਹੀਂ ਦਿੱਤੀ ਕਿ ਉਹ ਬਦਲਣੀ ਸੀ ਤੇ FIR ਤੋਂ ਬਿਨਾਂ ਅਸੀਂ ਕਿਤੇ ਜਾ ਹੀ ਨਹੀਂ ਸੀ ਸਕਦੇ। ਹੁਣ ਤੁਹਾਡੇ ਤੇ ਨਾ ਹੀ ਅਸੀਂ ਪੋਸਟਮਾਰਟਮ ਬੰਗਾਲ ਦੇ ਬਗੈਰ ਕਿਤੇ ਜਾ ਸਕਦੇ ਸੀ। ਉਹ ਇਹਨਾਂ ਡਿਲੇ ਕੀਤੇ, ਅਖੀਰ ਕੋਰਟਾਂ 'ਚ ਵੀ ਇਹਨਾਂ ਤਰੀਕਾਂ ਲਈਆਂ ਤੇ ਫਿਰ ਜਾ ਕੇ ਕੋਰਟ ਦੇ ਆਰਡਰ ਨਾਲ ਹੀ FIR ਤੇ ਉਹ ਕਲਕੱਤਾ ਦੀ ਦਿੱਤੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਅਜੇ ਕਾਪੀਆਂ ਨਹੀਂ ਹੈ, ਕਰਾ ਕੇ 1-2 ਦਿਨ 'ਚ ਦਿਆਂਗਾ ਤੇ ਉਹਦੇ ਵਿੱਚ ਬਹੁਤ ਫਰਕ ਆ। PGI 'ਚ ਵੀ ਇਹਨਾਂ ਨੇ ਡਾਕਟਰਾਂ ਨੂੰ ਆਪਣੇ ਸੂਖਣਾ, ਬਾਅਦ 'ਚ ਪਤਾ ਲੱਗਾ ਉਹ DGP ਦਾ ਰਿਸ਼ਤੇਦਾਰ ਸੀ ਤੇ ਉਹਨੇ ਬਿਲਾ ਵਜ੍ਹਾ ਥੱਲੇ ਲਿਖਿਆ। ਘੱਟ ਤੋਂ ਘੱਟ ਉਹਨੇ ਸੱਟਾਂ ਦਿੱਤੀਆਂ ਤੇ ਬਾਂਹ ਆ ਜਿਹੜੀ ਗੋਲੀ ਖੁਦ ਆਪ ਫਸ ਗਈ ਇਹਦੇ 'ਚ। ਜਦੋਂ ਜੈਪਾਲ ਉਹਨਾਂ ਦਾ ਮੁਜਰਮ ਹੀ ਨਹੀਂ ਹੈ ਤੇ ਉਹ ਮੁਕਾਬਲਾ ਕਿਵੇਂ ਕਰ ਸਕਦੇ ਉਹਦੇ ਨਾਲ? ਵੇਖੋ ਜੀ, ਮੁਕਾਬਲਾ ਤੇ ਮੁਜਰਮ ਹੋਣ ਨਾਲ ਵੀ ਨਹੀਂ ਕਰ ਸਕਦੇ। ਉਹਨਾਂ ਨੇ ਮੁਕਾਬਲਾ ਕੀਤਾ ਹੀ ਨਹੀਂ, ਇਹਨਾਂ ਨੇ ਫੜ ਕੇ ਕਤਲ ਕੀਤਾ। ਕਤਲ ਸ਼ੋਅ ਤਾਂ ਕਰਦੇ ਨੇ ਪਰ ਉਹਨਾਂ ਦਾ ਜਦੋਂ ਤੁਹਾਡੇ ਉੱਥੋਂ ਕੁਝ ਕੀਤਾ ਹੀ ਨਹੀਂ ਉਹਨੇ ਬੰਦੇ ਨੇ, ਤੁਹਾਡੇ ਉੱਥੇ ਕੋਈ ਕ੍ਰਾਈਮ ਨਹੀਂ ਆਇਆ, ਕੋਈ ਉਹਦੇ ਨਾਂ ਤੇ FIR ਨਹੀਂ ਹੈਗੀ ਉਹਦੇ ਖਿਲਾਫ, ਫਿਰ ਉਹ ਕਤਲ ਕਰਦੇ ਪਏ ਨੇ। ਮੁਕਾਬਲਾ ਸ਼ੋਅ ਕਰਦੇ, ਮੁਕਾਬਲਾ ਵੀ ਨਹੀਂ, ਸ਼ੋਅ ਵੀ ਨਹੀਂ ਹੋ ਸਕਦਾ। ਹਾਂਜੀ, ਉਹਨਾਂ ਕਿਹਾ ਵਿੱਚ ਲਿਖਿਆ ਇਸੇ ਕਰਕੇ FIR ਬਦਲੀ ਨਾ। ਉਹਨਾਂ ਅਸੀਂ ਪੰਜਾਬ ਨਾਲ ਸੰਪਰਕ ਕੀਤਾ ਜੀ, ਪੰਜਾਬ ਨੇ ਸਾਨੂੰ ਆਹ ਦੱਸਿਆ ਜੀ, ਇਹ ਦੱਸਿਆ ਜੀ। ਇਹਨਾਂ ਮੁੰਡਿਆਂ ਨੂੰ ਫੜ ਕੇ ਉਹ ਪਲੈਨਿੰਗ ਕਰਦੇ ਰਹੇ, ਪਲੈਨਿੰਗ ਕਰਕੇ ਤੇ ਫਿਰ ਬਾਅਦ 'ਚ ਇਹਨਾਂ ਦਾ ਕਤਲ ਕਰਤਾ। ਪੰਜਾਬ ਪੁਲਿਸ DGP ਦਿਨਕਰ ਗੁਪਤਾ, ਗੁਰਮੀਤ ਸਿੰਘ ਚੌਹਾਨ ਦੀ ਮੁੱਖ ਪਲੈਨਿੰਗ ਨਾਲ ਤੇ ਇੱਥੋਂ ਦੀ ਸਰਕਾਰ ਦੇ ਕਹੇ ਦੇ ਇਹਨਾਂ ਇਹ ਕਤਲ ਕੀਤੇ ਆ। ਆਪਣੇ ਆਪ ਹੋਰ ਕਤਲ ਕਰਨ ਨੂੰ ਉੱਥੋਂ ਵੀ ਕੋਈ ਨਹੀਂ ਸੀ, ਜਾਣੀ ਵੱਡੇ ਕਾਰਨ ਇਹਨਾਂ ਦੇ ਕਤਲ ਕਰਨ ਦੇ। ਹੁਣ ਇਹ ਵੀ ਆ, ਮੈਂ ਲੁਧਿਆਣੇ ਨੂੰ ਜਾਂਦਿਆਂ ਪੜ੍ਹਿਆ ਸੀ, ਬੋਰਡ ਤੇ ਇੱਕ ਥਾਂ ਲਿਖਿਆ ਸੀ ਵੀ 30 ਕੇ 31 ਗੈਂਗਸਟਰ ਖਤਮ ਕਰਤੇ। ਕੈਪਟਨ ਦੀ ਬੜੀ ਵੱਡੀ ਸਾਰੀ ਫੋਟੋ ਲੱਗੀ ਸੀ ਤੇ ਇੱਕ ਹੀ ਥੱਲੇ ਲਿਖਿਆ ਸੀ ਵੀ ਇੰਨੇ 31 ਗੈਂਗਸਟਰ ਖਤਮ ਤੇ ਇੰਨੇ ਪਰਚੇ ਤੇ ਇੰਨੇ। ਤੇ ਸੁਭਾਵਕ ਹੀ ਮੇਰੇ ਮੂੰਹ ਲਿਖਿਆ ਸੀ 31 ਦੇ ਖਤਮ ਕਰਤੇ ਤੇ ਪੈਦਾ ਕਿੰਨੇ ਕੀਤੇ? ਪੈਦਾ ਤਾਂ ਤੁਸੀਂ ਕਈ ਹਜ਼ਾਰਾਂ 'ਚ ਕਰਤੇ। ਕਿਉਂ? ਇਹਨਾਂ ਸਪਲਾਈ ਤੇ ਬੰਦ ਨਹੀਂ ਕੀਤੀ, ਨਸ਼ਾ ਵੇਚਣਾ ਦੇ ਇਹਨਾਂ ਨੇ ਬੰਦ ਨਹੀਂ ਕੀਤਾ, ਪੁਲਿਸ ਨੇ ਤੇ ਸਰਕਾਰ ਨੇ। ਜਦੋਂ ਨਸ਼ਾ ਤੋਂ ਸੇਲ ਹੋ ਰਿਹਾ, ਥੱਲੇ ਪੀਣ ਪੂਣ ਵਾਲੇ, 2 ਪੁੜੀਆਂ ਵੇਚਣ ਵਾਲੇ ਫਸ ਜਾਂਦੇ ਨੇ, ਉਹਨਾਂ ਦੇ ਪਰਚਾ ਦੇ ਕੇ ਜੇਲ੍ਹਾਂ 'ਚ ਬੰਦ ਦਿੰਦੇ ਆ। ਇਹ ਨਸ਼ੇ ਦੀ ਸਪਲਾਈ ਬੰਦ ਕਰ ਦੇਣ, ਨਾ ਇਹਨਾਂ ਦੇ ਬੰਦੇ ਵੇਚਣ ਤੇ ਨਸ਼ਾ ਆਪੇ ਖਤਮ ਹੋ ਜਾਏ। ਤੇ ਨਸ਼ਾ ਤੇ ਉਤਰਾ ਹੀ ਆ। ਜਿਹੜੀ ਮਾਨ ਸਾਹਿਬ ਨੇ ਕਿਹਾ ਹੈਗਾ ਕਿ ਦਰਵਾਜ਼ਾ ਖੜਕਾਇਆ ਹੈਗਾ, ਤੰਗ ਕੀਤਾ ਹੈਗਾ, ਇਹ ਆਮ ਹੀ ਹੁੰਦੀ ਰਹਿੰਦੀ ਆ ਜੀ। ਸਿਵਲ ਕੱਪੜਿਆਂ 'ਚ ਦੇਖਣ ਤੋਂ ਜੇ ਇੱਧਰ ਉੱਧਰ ਦੀ ਦੇਖੀਏ ਤੇ ਉਹ ਮੁਲਾਜ਼ਮ ਲੱਗਦੇ ਆ ਤੇ ਬੂਹਾ ਖੜਕਾਉਂਦੇ ਆ, ਹਾਰਨ ਮਾਰਦੇ ਆ, ਇਹੋ ਜਿਹੀਆਂ ਹਰਕਤਾਂ ਕਰਦੇ ਆ, ਵੱਧ ਤੋਂ ਵੱਧ ਸਾਨੂੰ ਪਰੇਸ਼ਾਨ ਕਰਦੇ ਆ। ਤੁਹਾਨੂੰ ਕੋਈ ਸਿਕਿਉਰਿਟੀ ਮਿਲੀ ਹੈ ਜਾਂ ਤੁਸੀਂ ਮੰਗ ਕੀਤੀ ਹੈਗੀ ਹੈ? ਨਹੀਂ, ਮੈਨੂੰ ਕੋਈ ਸਿਕਿਉਰਿਟੀ ਨਹੀਂ ਮਿਲੀ ਤੇ ਮੈਨੂੰ ਖਤਰਾ ਕਿ ਇਹ ਪੰਜਾਬ ਦੇ ਵੱਡੇ ਅਫਸਰ ਜਾਂ ਸਿਆਸਤਦਾਨ ਮੇਰਾ ਜਾਨੀ ਨੁਕਸਾਨ ਕਰਾਉਣਗੇ।